कई लोग मैं वेख्या फेसबुक ते खुशी जाहिर कर रहा जिवें भी पता नहीं किहड़ी जित हासिल हो गई आ अगर अमृतपाल नूं पुलिस ने अरेस्ट कर लिया। ये कोई जित का मसला नहीं, ना ही कोई है ये कोई लड़ाई आ जिन्हों आप हार जित के संदर्भ वेखे जा सकते। कानून अपना काम कर रहा, कानून कोई भी तोड़ूगा, जिस तरीके नाल भी तोड़ूगा, कानून का सक्षम होना जरूरी। नजायज बयानबाजियां, चकता जी, धरता जी, भज गया जी, ये चीज़ां बंद होनी चाहिए क्योंकि ये सेंटीमेंट जिहड़ा वा होर भड़कदा वा। ਜਿਹੜੀਆਂ ਹੁਣ ਖੁਲਾਸੇ ਪੁਲਿਸ ਕਰ ਰਹੀ ਹੈ ਕਿ ਆਖਰਕਾਰ AKF ਤੱਕ ਦਾ ਰਫਲਾਂ ਤੇ ਲਿਖ ਲਿਆ ਸੀ, ਉਦੋਂ ਬਾਅਦ ਦੇ ਵਿੱਚ ਜੇ ਗੱਲ ਕਰੀਏ ਤਾਂ ਜਿਹੜੇ ਸੰਬੰਧ ਨੇ ਹੈਗੀਆਂ ਸਾਡੀ ਵਿਰੋਧੀ ਦੇਸ਼ ਦੇ ਨਾਲ ਜੁੜੇ ਹੋਏ ਨਜ਼ਰ ਆ ਰਹੇ ਨੇ। अमृतपाल एक सेंटीमेंट आ, उस सेंटीमेंट नूं अज तक किसी ने एड्रैस नहीं किया। उस सेंटीमेंट नूं जदों दबाउण दी कोशिश करांगे वो किसी ना किसी रूप विच उभरूगा, ਉਹਦਾ नुकसान पंजाब दे नौजवानां विच हुंदा। साडा जिहड़ा विरोध आ सरकार नाल आ। तुसीं नौजवानां वास्ते अज तक की कीता? अगर तुसीं नौजवानां नूं कोई मॉडल दिता हुंदा, अगर तुसीं नौजवानां दा नशियां दा मुद्दा होवे, बेरोजगारी दा मुद्दा होवे, उन्हां दा माइग्रेशन दा मुद्दा होवे, अगर तुसीं ये मुद्दिआं नूं एड्रैस करोगे ਤੇ नौजवान ਇਹੋ ਜਿਹੇ ਨਵੇਂ ਮਾਡਲ ਨਵੇਂ ਸੈਂਟੀਮੈਂਟ ਜਿਹੜੇ ਪੁਰਾਣਾ ਇੱਕ ਆਈਡੀਆ ਵਾ ਉਹਨਾਂ ਵੱਲ ਨਹੀਂ ਆਕਰਸ਼ਿਤ ਹੋਣਗੇ। ਜਦੋਂ ਸਰਕਾਰ ਫੇਲ ਹੁੰਦੀ ਆ ਜਾਂ ਜਦੋਂ ਪੋਲੀਟੀਕਲ ਕਲਾਸ ਫੇਲ ਹੁੰਦੀ ਆ ਉਦੋਂ ਨਵੇਂ ਆਲਟਰਨੇਟ ਖੜੇ ਹੁੰਦੇ ਆ। ਉਹ ਅਮਰਿਤਪਾਲ ਦੇ ਰੂਪ 'ਚ ਖੜੇ ਹੋ ਜਾਣ, ਉਹ ਹਿੰਦੂ ਫੈਨੇਟਿਸਿਜ਼ਮ ਦੇ ਰੂਪ 'ਚ ਖੜੇ ਹੋ ਜਾਣ, ਉਹ RSS ਦੇ ਰੂਪ 'ਚ ਖੜੇ ਹੋ ਜਾਣ, ਉਹ ਲਾਰੈਂਸ ਦੇ ਰੂਪ 'ਚ ਖੜੇ ਹੋ ਜਾਣ। ਨੌਜਵਾਨ ਤਾਂ ਸਭ ਤੋਂ ਪਹਿਲਾਂ ਆਪਣੀ बेसिक नीड्स नूं वेखदा ना। जदों उहनूं लगदा भी मेरी आस उम्मीद ये बेसिक नीड्स दी खत्म हुंदी आ भी मेरा इत्थे कख नहीं बनना, जदों उहनूं लगदा भी मेरा इत्थे कोई भला नहीं होना, फिर वो भले वास्ते एक नवीं धिर नूं समर्पित होके फिर मरण मरान तक भी चल जांदा भी यार इत्थे तां मरना ही आ ते ऐ ही मर जाईए। ਇਹਦੇ ਵਿੱਚ ਨੌਜਵਾਨ ਨੇ ਨਾ ਤਾਂ ਰੋਜ਼ਗਾਰ ਭੱਤਿਆਂ ਨਾਲ ਖੁਸ਼ ਹੋਣਾ, ਨਾ ਫ੍ਰੀ ਲੈਪਟਾਪ ਨਾਲ ਖੁਸ਼ ਹੋਣਾ। ਨੌਜਵਾਨ ਇੱਜ਼ਤ ਦੀ ਰੋਟੀ ਕਮਾਉਣਾ ਚਾਹੁੰਦਾ, ਚੰਗੀ ਓਪਰਚੁਨਿਟੀ ਚਾਹੁੰਦਾ, ਪੜ੍ਹਾਈ ਦੀ ਆਪਣੀ ਕੀਮਤ ਚਾਹੁੰਦਾ। ਜਦ ਤੱਕ ਆਪਾਂ ਨੌਜਵਾਨਾਂ ਨੂੰ ਆ ਨਹੀਂ ਮੌਕਾ ਦੇਵਾਂਗੇ ਉਦੋਂ ਤੱਕ ਉਹ ਐਂ ਕਰਕੇ ਕਿਤੇ ਨਾ ਕਿਤੇ ਧਿਰ ਨਾਲ ਜੁੜਦਾ ਰਹੂ। ਕਿਉਂ ਨੌਜਵਾਨ ਪੰਜਾਬ ਚੋਂ ਛੱਡ ਕੇ ਬਾਹਰ ਜਾ ਰਿਹਾ? ਪਹਿਲਾਂ ਨਸ਼ਿਆਂ ਵੱਲ ਗਿਆ, ਫਿਰ ਬਾਹਰ ਗਿਆ, ਹੁਣ ਆ ਜਿਹੜੀਆਂ ਨਵੀਆਂ ਧਿਰਾਂ ਜਿਹੜਾ ਇੱਥੇ ਰਹਿ ਗਿਆ ਉਹ ਇਹਨਾਂ ਵੱਲ ਆਕਰਸ਼ਿਤ ਹੋ ਰਿਹਾ। ਅੰਮ੍ਰਿਤ ਛਕਾਣਾ ਬਹੁਤ ਚੰਗੀ ਗੱਲ ਆ, ਨਸ਼ਾ ਛਡਾਉਣਾ ਬਹੁਤ ਚੰਗੀ ਗੱਲ ਆ, ਲੇਕਿਨ ਉਹਦੇ ਸੰਦਰਭ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਲੜਾਈ ਖੜੀ ਕਰ ਦਿੱਤੀ ਗਈ ਉਹ ਖਤਰਨਾਕ ਆ। ਅਕਾਲੀ ਦਲ ਕਾਂਗਰਸ ਨੂੰ ਨਿੰਦਦਾ ਰਿਹਾ, ਕਾਂਗਰਸ ਅਕਾਲੀ ਦਲ ਨੂੰ ਨਿੰਦਦੀ ਰਹੀ, ਆਮ ਆਦਮੀ ਦੋਵਾਂ ਨੂੰ ਨਿੰਦਦੇ ਰਹੇ। ਉਹ ਆਪਣੀ ਪਰਸਨਲ ਲੜਾਈਆਂ ਬਣਾ ਲੈਂਦੇ ਆ, ਨਿੰਦਣ ਦੀ ਰਾਜਨੀਤੀ ਰਹਿ ਗਈ। ਸੂਬੇ ਦੇ ਵਿੱਚ ਜੇ ਦੇਖੀਏ ਤਾਂ ਲਗਾਤਾਰ ਪੁਲਿਸ ਵੀ ਅਪੀਲਾਂ ਕਰ ਰਹੀ ਹੈ ਕਿ ਲੋਕ ਸੰਜਮ ਬਣਾ ਕੇ ਰੱਖਣ, ਤਾਂ ਦੂਜੇ ਪਾਸੇ ਇਹ ਕਿ ਅਮਰਤਪਾਲ ਸਿੰਘ ਨੂੰ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ ਗ੍ਰਿਫਤਾਰ ਕਰਨ ਨੂੰ ਲੈ ਕੇ, ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਖੁਲਾਸੇ ਪੁਲਿਸ ਲਗਾਤਾਰ ਕਰ ਰਹੀ ਆ। ਵਰਿੰਦਰ ਢਿੱਲੋਂ ਨੇ ਸਾਡੇ ਨਾਲ, ਕਿਉਂਕਿ ਅਜਿਹੇ ਮੌਕਿਆਂ ਦੇ ਉੱਤੇ ਯੂਥ ਦਾ ਬੜਾ ਵੱਡਾ ਰੋਲ ਆਉਂਦਾ। ਢਿੱਲੋਂ ਸਾਹਿਬ ਦੇਖੀਏ ਪਿਛਲੀ ਵਾਰੀ ਜਦ ਤੁਹਾਨੇ ਚਿੰਤਾ ਜ਼ਾਹਿਰ ਕੀਤੀ ਸੀ, ਬੜਾ ਲੋਕਾਂ ਦਾ ਉਦੋਂ ਇਸ ਚੀਜ਼ ਨੂੰ ਸਮਝਣ ਦੇ ਵਿੱਚ ਰਿਸਪੌਂਸ ਚੰਗਾ ਦੇਖਣ ਨੂੰ ਮਿਲਿਆ ਕਿ ਆਖਰਕਾਰ ਕਿਤੇ ਨਾ ਕਿਤੇ ਅਜਿਹੇ ਮੌਕਿਆਂ ਤੇ ਯੂਥ ਨੂੰ ਸੰਭਾਲਣ ਦੀ ਲੋੜ ਹੁੰਦੀ ਆ। ਜਦੋਂ ਇਹ ਲੱਗਦਾ ਕਿ ਆਖਰ ਤੁਹਾਡੇ ਖੇਤਰ ਦੀ ਲਾ ਲਓ, ਸੂਬੇ ਦੀ ਲਾ ਲਓ, ਕਈ ਚੀਜ਼ਾਂ ਵਿਰੋਧ ਕਰ ਰਹੀਆਂ ਨੇ ਤਾਂ ਉਹ ਯੂਥ ਦਾ ਸਹਾਰਾ ਲੈਂਦੀਆਂ ਨੇ। ਕਿਵੇਂ ਦੇਖਦੇ ਹੋ ਜਿਹੜੀ ਹੁਣ ਸਿਚੁਏਸ਼ਨ ਬਣੀ ਹੋਈ ਆ? देखो सब तो पहले तो सानू कोई ना ये नहीं सैलीब्रेट करना चाहिए। कई लोग मैं वेख्या फेसबुक ते खुशी जाहिर कर रहा जिवें भी पता नहीं किहड़ी जित हासिल हो गई आ अगर अमृतपाल नूं पुलिस ने अरेस्ट कर लिया। ये कोई जित का मसला नहीं है, ना ही कोई है ये कोई लड़ाई आ जिन्हों आप हार जित के संदर्भ वेखे जा सकते हैं। कानून अपना काम कर रहा, कानून कोई भी तोड़ूगा, जिस तरीके नाल भी तोड़ूगा, कानून का सक्षम होना जरूरी है। सो मेरी सब तो पहले अपील है ਜਿਹੜੀਆਂ ਨਜਾਇਜ਼ ਬਿਆਨਬਾਜ਼ੀਆਂ, ਚਕਤਾ ਜੀ, ਧਰਤਾ ਜੀ, ਭੱਜ ਗਿਆ ਜੀ, ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਇਹਦੇ ਨਾਲ ਸੈਂਟੀਮੈਂਟ ਜਿਹੜਾ ਵਾ ਹੋਰ ਭੜਕਦਾ ਵਾ। ਉਹਦੇ ਸਮਰਥਕ ਕੁਝ ਹੋਰ ਬੋਲਣਗੇ, ਸੋ ਮੇਰੀ ਉਹਦੇ ਸਮਰਥਕ ਅੱਗੋਂ ਟਿੱਪਣੀਆਂ ਹੋਰ ਕਰਨਗੇ। ਸੋ ਮੇਰੀ ਸਿਰਫ ਇੱਕ ਅਪੀਲ ਆ ਸਾਰਿਆਂ ਨੂੰ ਵੀ ਇਹ ਕੋਈ ਜਿੱਤ ਨਹੀਂ ਆ, ਨਾ ਕੋਈ ਇਹ ਹਾਰ ਆ, ਨਾ ਕੋਈ ਇਹ ਕਾਨੂੰਨ ਨੇ ਆਪਣਾ ਕੰਮ ਕੀਤਾ, ਚੰਗੀ ਗੱਲ ਆ। ਲੇਕਿਨ ਨਾ ਆਪਾਂ ਇਹੋ ਜਿਹੀ ਬਿਆਨਬਾਜ਼ੀਆਂ ਕਰੀਏ ਵੀ ਕੋਈ ਜਿਹਦੇ ਨਾਲ ਅਗਲੇ ਨੂੰ ਇਹ ਲੱਗੇ ਵੀ ਇਹ ਮੈਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਕਿਸੇ ਨੂੰ ਇਹ ਨਾ ਲੱਗੇ ਵੀ ਇਹ ਮੈਨੂੰ ਹੌਲਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਸੰਯਮ ਵਰਤਣ ਦੀ ਲੋੜ ਆ ਹਰ ਲੀਡਰ ਨੂੰ। ਲੀਡਰਾਂ ਨੂੰ ਵੀ ਬਿਆਨਬਾਜ਼ੀਆਂ ਤੋਂ ਕੋਈ ਇਹੋ ਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਇਹ ਲੱਗੇ ਵੀ ਉਹ ਕੋਈ ਪਰਸਨਲ ਲੜਾਈ ਸੀ, ਪਰਸਨਲ ਰੰਜਿਸ਼ ਸੀ ਉਹਨਾਂ ਨਾਲ। ਉਹ ਇੱਕ ਚਿੰਤਾ ਸੀ, ਇੱਕ ਸੈਂਟੀਮੈਂਟ ਆ ਜਿਹੜਾ ਭੜਕਾਇਆ ਜਾ ਰਿਹਾ। उस सेंटीमेंट नूं आपां भड़कन नहीं देना।
ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ। ਪਰ ਸੂਬੇ 'ਚ ਜੇ ਦੇਖੀਏ ਜਿਸ ਤਰ੍ਹਾਂ ਦੇ ਨਾਲ ਇਹ ਪੂਰੇ ਹਾਲਾਤ ਬਣੇ ਕਈ ਕਾਫੀ ਸਮੇਂ ਤੋਂ, ਜਿਵੇਂ ਹੁਣ ਉਹ ਅੰਮ੍ਰਿਤਪਾਲ ਦੇ ਜਿਹੜਾ ਅੰਮ੍ਰਿਤ ਛਕਾਉਣ ਤੱਕ ਦਾ ਸੀਗਾ, ਨਸ਼ਾ ਛੁਡਾਉਣ ਤੱਕ ਦਾ ਸੀ, ਉਦੋਂ ਤੱਕ ਤਾਂ ਸਾਰੇ ਕਹਿੰਦੇ ਠੀਕ ਹੈ, ਇੱਕ ਚੰਗਾ ਕੰਮ ਸੀਗਾ, ਇਹ ਇੱਕ ਆਪਦਾ ਚੰਗਾ ਸਿਸਟਮ ਚੱਲ ਰਿਹਾ ਸੀ। ਉਦੋਂ ਬਾਅਦ ਦੇ ਵਿੱਚ ਆਈ ਸੂਬੇ ਨੂੰ ਲੈ ਕੇ, ਫਿਰ ਖਾਲਿਸਤਾਨ ਵਰਗੀਆਂ ਮੰਗਾਂ ਨੂੰ ਲੈ ਕੇ, ਤੇ ਜਿਹੜੀਆਂ ਹੁਣ ਖੁਲਾਸੇ ਪੁਲਿਸ ਕਰ ਰਹੀ ਹੈ ਕਿ ਆਖਰਕਾਰ AKF ਤੱਕ ਦਾ ਰਫਲਾਂ ਤੇ ਲਿਖ ਲਿਆ ਸੀ। ਉਦੋਂ ਬਾਅਦ ਦੇ ਵਿੱਚ ਜੇ ਗੱਲ ਕਰੀਏ ਤਾਂ ਜਿਹੜੇ ਸੰਬੰਧ ਨੇ ਹੈਗੀਆਂ ਸਾਡੀ ਵਿਰੋਧੀ ਦੇਸ਼ ਦੇ ਨਾਲ ਜੁੜੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਇਹ ਚੀਜ਼ਾਂ ਹਜੇ ਬਹੁਤ ਖੁੱਲ ਕੇ ਹੋਰ ਕੀ ਅੱਗੇ ਆਉਂਦਾ ਪਤਾ ਨਹੀਂ, ਪਰ ਲੱਗਦਾ ਵੀ ਆਖਰ ਇਸ ਚੀਜ਼ਾਂ ਤੋਂ ਬਾਅਦ ਹੀ ਕਿਤੇ ਨਾ ਕਿਤੇ ਇਤਰਾਜ਼ ਤੁਹਾਡੇ ਵਰਗੇ ਲੋਕਾਂ ਦੇ ਵੀ ਜਾਂ ਵਿਰੋਧੀ ਧਿਰਾਂ ਦੇ ਵੀ ਜਾਂ ਫਿਰ ਕਈ ਚਿੰਤਕਾਂ ਦੇ ਜ਼ਾਹਰ ਹੋਏ। ਸਾਡਾ ਇਤਰਾਜ਼ ਸਭ ਤੋਂ ਵੱਧ ਸਰਕਾਰ ਨਾਲ ਆ। ਅੰਮ੍ਰਿਤਪਾਲ ਤੇ ਮੈਂ ਬਾਰ-ਬਾਰ ਇੱਕ ਗੱਲ ਕਰਦਾ, ਅੰਮ੍ਰਿਤਪਾਲ ਇੱਕ ਸੈਂਟੀਮੈਂਟ ਆ ਜਿਹੜਾ ਪੰਜਾਬ ਦੇ ਵਿੱਚ, ਅਗਰ ਆਪਾਂ ਇਸ ਸੈਂਟੀਮੈਂਟ ਨੂੰ ਇਗਨੋਰ ਕਰੀਏ ਤੇ ਆਪਾਂ ਇੱਕ ਹਨੇਰੇ ਵਿੱਚ ਰਵਾਂਗੇ, ਆਪਣੇ ਆਪ ਨੂੰ ਵੀ ਰੱਖਾਂਗੇ ਔਰ ਇੱਕ ਰਿਐਲਿਟੀ ਤੋਂ ਪਰੇ ਰਵਾਂਗੇ। ਉਸ ਸੈਂਟੀਮੈਂਟ ਨੂੰ ਅੱਜ ਤੱਕ ਕਿਸੇ ਨੇ ਐਡਰੈਸ ਨਹੀਂ ਕੀਤਾ। ਉਸ ਸੈਂਟੀਮੈਂਟ ਨੂੰ ਜਦੋਂ ਦਬਾਉਣ ਦੀ ਕੋਸ਼ਿਸ਼ ਕਰਾਂਗੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਉਭਰੂਗਾ। ਉਹਦਾ ਨੁਕਸਾਨ ਪੰਜਾਬ ਦੇ ਨੌਜਵਾਨਾਂ ਵਿੱਚ ਹੁੰਦਾ ਵਾ। ਸਾਡਾ ਜਿਹੜਾ ਵਿਰੋਧ ਆ ਉਹ ਸਰਕਾਰ ਨਾਲ ਆ, ਵੀ ਇਹ ਜਿਹੜੀਆਂ ਸਰਕਾਰਾਂ ਵਾ, ਬੇਸ਼ੱਕ ਸਾਡੀ ਪਾਰਟੀ ਸੀ, ਬੇਸ਼ੱਕ ਹੋਰ ਪਾਰਟੀਆਂ ਸੀ, ਤੁਸੀਂ ਨੌਜਵਾਨਾਂ ਵਾਸਤੇ ਅੱਜ ਤੱਕ ਕੀ ਕੀਤਾ? ਅਗਰ ਤੁਸੀਂ ਨੌਜਵਾਨਾਂ ਨੂੰ ਕੋਈ ਮਾਡਲ ਦਿੱਤਾ ਹੁੰਦਾ, ਅਗਰ ਤੁਸੀਂ ਨੌਜਵਾਨਾਂ ਦਾ ਨਸ਼ਿਆਂ ਦਾ ਮੁੱਦਾ ਹੋਵੇ, ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਉਹਨਾਂ ਦਾ ਮਾਈਗ੍ਰੇਸ਼ਨ ਦਾ ਮੁੱਦਾ ਹੋਵੇ, ਅਗਰ ਤੁਸੀਂ ਇਹ ਮੁੱਦਿਆਂ ਨੂੰ ਐਡਰੈਸ ਕਰੋਗੇ ਤੇ ਨੌਜਵਾਨ ਇਹੋ ਜਿਹੇ ਨਵੇਂ-ਨਵੇਂ ਮਾਡਲ, ਨਵੇਂ-ਨਵੇਂ ਸੈਂਟੀਮੈਂਟ, ਜਿਹੜੇ ਪੁਰਾਣਾ ਇੱਕ ਆਈਡੀਆ ਵਾ, ਉਹਨਾਂ ਵੱਲ ਨਹੀਂ ਆਕਰਸ਼ਿਤ ਹੋਣਗੇ। ਜਦੋਂ ਅਸੀਂ ਮੁੱਖ ਵਿਰੋਧੀ ਧਿਰਾਂ ਇਹਨਾਂ ਨੂੰ ਨਿਰਾਸ਼ ਕਰਾਂਗੀਆਂ, ਜਦੋਂ ਅਸੀਂ ਇੱਕ ਪੋਲੀਟੀਕਲ ਸਟੈਬਲਿਸ਼ਮੈਂਟ ਜਿਹਨੂੰ ਆਪਾਂ ਕਹਿ ਦਈਦਾ, ਉਹਨਾਂ ਤੋਂ ਲੋਕ ਨਿਰਾਸ਼ ਹੋਣਗੇ ਤੇ ਲੋਕ ਨਵੇਂ ਆਲਟਰਨੇਟ ਲੱਭਣਗੇ। ਔਰ ਉਸ ਨਵੇਂ ਆਲਟਰਨੇਟ ਦਾ ਰੂਪ, એનર્ਜੀ ਅਸੀਂ ਤੈਅ ਨਹੀਂ ਕਰ ਸਕਦੇ। ਉਹਦੇ ਵਿੱਚ ਫਿਰ ਵਿਰੋਧੀ ਤਾਕਤਾਂ ਵੀ ਆਣਗੀਆਂ, ਵਿਦੇਸ਼ੀ ਤਾਕਤਾਂ ਵੀ ਆ ਸਕਦੀਆਂ ਵਾ। ਉਹਨੂੰ ਫਿਰ ਅਸੀਂ ਕੰਟਰੋਲ, ਉਹ ਸਾਡੇ ਕੰਟਰੋਲ ਚੋਂ ਬਾਹਰ ਹੋ ਜਾਂਦੀ ਆ ਉਹ ਸਾਰੀ ਗੱਲ। ਇਸ ਕਰਕੇ ਜਿਹੜਾ ਵਿਰੋਧ ਆ ਉਹ ਇਹਨਾਂ ਦੇ ਨਾਲੋਂ ਸਰਕਾਰਾਂ ਨਾਲ ਕਰੀਏ ਜਿਹੜੀਆਂ ਫੇਲ ਹੁੰਦੀਆਂ ਵਾ। ਜਦੋਂ ਸਰਕਾਰ ਫੇਲ ਹੁੰਦੀ ਆ ਜਾਂ ਜਦੋਂ ਪੋਲੀਟੀਕਲ ਕਲਾਸ ਫੇਲ ਹੁੰਦੀ ਆ, ਉਦੋਂ ਨਵੇਂ ਆਲਟਰਨੇਟ ਖੜੇ ਹੁੰਦੇ ਆ। ਉਹ ਅੰਮ੍ਰਿਤਪਾਲ ਦੇ ਰੂਪ 'ਚ ਖੜੇ ਹੋ ਜਾਣ, ਉਹ ਹਿੰਦੂ ਫੈਨੇਟਿਸਿਜ਼ਮ ਦੇ ਰੂਪ 'ਚ ਖੜੇ ਹੋ ਜਾਣ, ਉਹ RSS ਦੇ ਰੂਪ 'ਚ ਖੜੇ ਹੋ ਜਾਣ, ਉਹ ਲਾਰੈਂਸ ਦੇ ਰੂਪ 'ਚ ਖੜੇ ਹੋ ਜਾਣ। ਨੌਜਵਾਨ ਤਾਂ ਸਭ ਤੋਂ ਪਹਿਲਾਂ ਆਪਣੀ ਬੇਸਿਕ ਨੀਡਸ ਨੂੰ ਵੇਖਦਾ ਨਾ। ਜਦੋਂ ਉਹਨੂੰ ਲੱਗਦਾ ਵੀ ਮੇਰੀ ਆਸ ਉਮੀਦ ਇਹ ਬੇਸਿਕ ਨੀਡਸ ਦੀ ਖਤਮ ਹੁੰਦੀ ਆ, ਵੀ ਮੇਰਾ ਇੱਥੇ ਕੱਖ ਨਹੀਂ ਬਣਨਾ, ਜਦੋਂ ਉਹਨੂੰ ਲੱਗਦਾ ਵੀ ਮੇਰਾ ਇੱਥੇ ਕੋਈ ਭਲਾ ਨਹੀਂ ਹੋਣਾ, ਫਿਰ ਉਹ ਭਲੇ ਵਾਸਤੇ ਇੱਕ ਨਵੀਂ ਧਿਰ ਨੂੰ ਸਮਰਪਿਤ ਹੋ ਕੇ ਫਿਰ ਮਰਨ ਮਰਾਨ ਤੱਕ ਵੀ ਚੱਲ ਜਾਂਦਾ ਵੀ ਯਾਰ ਇੱਥੇ ਤਾਂ ਮਰਨਾ ਹੀ ਆ ਤੇ ਐਂ ਹੀ ਮਰ ਜੀਏ। ਇਹ ਸਭ ਤੋਂ ਖਤਰਨਾਕ ਗੱਲ ਆ। ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿੰਦਾ, ਅੱਜ ਅੰਮ੍ਰਿਤਪਾਲ ਦੇ ਕਿਹਦੇ ਨਾਲ ਲਿੰਕ ਸੀ, ਕਿਹਦੇ ਨਾਲ ਨਹੀਂ ਲਿੰਕ ਸੀ, ਉਹ ਇੱਕ ਚਿੰਤਾ ਦਾ ਵਿਸ਼ਾ ਸਾਡੇ ਸਾਰਿਆਂ ਵਾਸਤੇ ਜ਼ਰੂਰ ਬਣ ਜਾਂਦਾ ਔਰ ਉਹਨੂੰ ਸਾਰਿਆਂ ਨੂੰ ਐਡਰੈਸ ਵੀ ਕਰਨਾ ਪੈਂਦਾ, ਕਿਉਂਕਿ ਨੌਜਵਾਨ ਉਸ ਰਾਹ ਤੇ ਨਾ ਤੁਰ ਪਏ ਜਿੱਥੇ ਉਹਦਾ ਨੁਕਸਾਨ ਹੋਣਾ। ਆਪਾਂ ਨੂੰ ਦਿਖਦਾ, ਸ਼ਾਇਦ ਨੌਜਵਾਨ ਨੂੰ ਨਹੀਂ ਦਿਖਦਾ। ਇਸ ਕਰਕੇ, ਲੇਕਿਨ ਉਸ ਤੋਂ ਵੀ ਇੰਪੋਰਟੈਂਟ ਗੱਲ ਆ, ਉਸ ਸੈਂਟੀਮੈਂਟ ਜਿਹੜਾ ਉੱਭਰਿਆ, ਜਿਹੜਾ ਭੜਕਿਆ, ਉਹਦੇ ਖਿਲਾਫ ਅੱਜ ਆਪਾਂ ਨੌਜਵਾਨਾਂ ਨੂੰ ਆਪਾਂ ਕੀ ਆਲਟਰਨੇਟ ਦੇ ਰਹੇ ਹਾਂ, ਆਪਾਂ ਨੌਜਵਾਨਾਂ ਵਾਸਤੇ ਕੀ ਕਰ ਰਹੇ ਹਾਂ, ਭਗਵੰਤ ਮਾਨ ਸਰਕਾਰ ਕੀ ਕਰ ਰਹੀ ਆ, ਜਾਂ ਉਹਨਾਂ ਨੂੰ ਆਪਾਂ ਕਹਿ ਦਈਏ 1000 ਰੁਪਏ 'ਚ ਆਪਾਂ ਪ੍ਰਭਾਵਿਤ ਕਰ ਲਾਂਗੇ, ਆਪਾਂ ਨੂੰ ਰੋਜ਼ਗਾਰ ਭੱਤੇ 'ਚ ਪ੍ਰਭਾਵਿਤ ਕਰ ਲਾਂਗੇ। ਇਹਦੇ ਵਿੱਚ ਨੌਜਵਾਨ ਨੇ ਨਾ ਤਾਂ ਰੋਜ਼ਗਾਰ ਭੱਤਿਆਂ ਨਾਲ ਖੁਸ਼ ਹੋਣਾ, ਨਾ ਫ੍ਰੀ ਲੈਪਟਾਪ ਨਾਲ ਖੁਸ਼ ਹੋਣਾ। ਨੌਜਵਾਨ ਇੱਜ਼ਤ ਦੀ ਰੋਟੀ ਕਮਾਉਣਾ ਚਾਹੁੰਦਾ, ਚੰਗੀ ਓਪਰਚੁਨਿਟੀ ਚਾਹੁੰਦਾ, ਪੜ੍ਹਾਈ ਦੀ ਆਪਣੀ ਕੀਮਤ ਚਾਹੁੰਦਾ। ਜਦ ਤੱਕ ਆਪਾਂ ਨੌਜਵਾਨਾਂ ਨੂੰ ਆ ਨਹੀਂ ਮੌਕਾ ਦੇਵਾਂਗੇ, ਉਦੋਂ ਤੱਕ ਉਹ ਐਂ ਕਰਕੇ ਕਿਤੇ ਨਾ ਕਿਤੇ ਧਿਰ ਨਾਲ ਜੁੜਦਾ ਰਹੂਗਾ। ਇਹਦੇ 'ਚ ਜੇ ਦੇਖੀਏ, ਆਖਰ ਜਿਹੜੀਆਂ ਗੱਲਾਂ ਹੋਈਆਂ ਅੱਜ ਨਾਲ ਇਨਸੀਡੈਂਟ ਨੂੰ ਲੈ ਕੇ, ਹੁਣ ਪੁਲਿਸ ਨੇ FIR ਵੀ ਦਰਜ ਕਰਤੀ ਤੇ 3-4 ਪਰਚੇ ਨੇ ਜਿਹੜੇ ਅਲੱਗ-ਅਲੱਗ ਦਰਜ ਕਰੇ ਨੇਗੇ। ਹੁਣ ਇਹ ਵੀ ਗੱਲ ਹੈ ਕਿ ਆਖਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਨੌਜਵਾਨ ਨੂੰ ਜਦੋਂ ਕੋਈ ਰਾਹ ਨਹੀਂ ਮਿਲਦਾ, ਯਾਨੀ ਕਿ ਜਦੋਂ ਫਿਰ ਇਸ ਅੰਮ੍ਰਿਤਪਾਲ ਵਰਗੇ ਲੋਕ ਆਉਂਦੇ ਨੇ, ਉਹ ਤਾਈਓ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਸਮਰਥਨ ਮਿਲ ਜਾਂਦਾ ਹੈਗਾ ਨੌਜਵਾਨਾਂ ਦਾ ਜਾਂ ਯੂਥ ਦਾ, ਕਿ ਆਖਰ ਠੀਕ ਹੈ ਕਿ ਸਾਨੂੰ ਤਾਂ ਇਹੀ ਸਹਾਰਾ ਹੈਗਾ, ਸਾਨੂੰ ਇਹ ਕੋਈ ਕਿਤੇ ਪਾਰ ਕਿਨਾਰੇ ਲਾਊਗਾ। ਦੇਖੋ, ਜਿਹੜੀ ਫੀਲਿੰਗ ਆ ਇੱਕ, ਅਕਸਰ ਇੱਕ ਦਿਨ ਮੈਂ ਪਿੰਡ 'ਚ ਗਿਆ, ਇੱਕ ਨੌਜਵਾਨ ਬਾਹਰ ਬੈਠਾ ਕਿਰਪਾਨ ਨੂੰ ਤਿੱਖੀ ਕਰੀ ਜਾਵੇ। ਮੈਂ ਪਹਿਲਾਂ ਵੀ ਇਹ ਗੱਲ ਦੱਸੀ ਸੀ। ਮੈਂ ਪੁੱਛਿਆ ਕੀ ਕਰਨਾ? ਭਾਈ ਇਹ ਆਜ਼ਾਦੀ ਦੀ ਲੜਾਈ ਲੜਾਂਗੇ। ਮੈਂ ਕਿਹੜੀ ਆਜ਼ਾਦੀ? ਗੁਲਾਮ ਆ ਅਸੀਂ। ਹੁਣ ਉਹਦੀ ਨਜ਼ਰ ਵਿੱਚ ਉਹ ਗੁਲਾਮ ਹੋ ਗਿਆ ਇਸ ਆਜ਼ਾਦ ਦੇਸ਼ ਵਿੱਚ। ਉਹਨਾਂ ਨੇ ਗੁਲਾਮੀ ਨੂੰ ਇੱਕ ਸੈਂਟੀਮੈਂਟ ਨੂੰ ਇਹ ਦਰਸਾਤਾ ਵੀ ਤੁਸੀਂ ਗੁਲਾਮ ਹੋ, ਤੁਹਾਡੇ ਕੋਲ ਨੌਕਰੀ ਨਹੀਂ ਆ, ਤੁਹਾਡਾ ਕੋਲ ਆ ਚੀਜ਼ਾਂ ਨਹੀਂ ਆ, ਔਰ ਤੁਸੀਂ ਇੱਕ ਤਰ੍ਹਾਂ ਤੋਂ ਇੱਕ ਆਜ਼ਾਦ ਮੁਲਕ 'ਚ ਵੀ ਇੱਕ ਤਰ੍ਹਾਂ ਤੋਂ ਗੁਲਾਮੀ ਦਾ ਪ੍ਰਤੀਕ ਬਣਵਾਤਾ ਉਹਨਾਂ ਨੂੰ। ਔਰ ਉਹ ਨੌਜਵਾਨ ਆਪਣੀ ਜੋਂ ਲੱਗਾ ਆਜ਼ਾਦੀ ਦੀ ਲੜਾਈ ਦਾ ਸੁਪਨਾ ਸਜਾਉਣ ਵਾਸਤੇ। ਹੁਣ ਮੇਰੀ ਨਜ਼ਰ ਵਿੱਚ ਅਗਰ ਮੈਂ ਉਹਦੇ ਨਾਲ ਡਾਇਲੋਗ ਵਿੱਚ ਪਵਾਂ ਜਾਂ ਬਹਿਸ ਪਵਾਂ, ਸ਼ਾਇਦ ਮੈਂ ਉਹਨੂੰ ਕਨਵਿੰਸ ਕਰ ਲੈਂਦਾ, ਲੇਕਿਨ ਬੜੇ ਲੰਬੇ ਸਮੇਂ ਤੋਂ ਇਹੋ ਜਿਹੇ ਨੌਜਵਾਨਾਂ ਨਾਲ ਸਾਡਾ ਡਾਇਲੋਗ ਖਤਮ ਹੋਇਆ, ਸਾਡੀ ਵਿਚਾਰ ਵਟਾਂਦਰਾ, ਸਾਡੀ ਕਨਵਰਸੇਸ਼ਨ ਖਤਮ ਹੋਈ ਹੋਈ ਆ। ਔਰ ਉਹਦੇ ਨਾਲ ਨਾਲ ਅਸੀਂ ਉਹਨੂੰ ਕੋਈ ਆਲਟਰਨੇਟ ਮਾਡਲ ਨਹੀਂ ਦੇ ਪਾ ਰਹੇ। ਉਹਨੂੰ ਇਹ ਚੀਜ਼ਾਂ ਆਕਰਸ਼ਿਤ ਕਰ ਰਹੀਆਂ, ਉਹਨੂੰ ਇਹ ਜਿਹੜੀ ਗੁਲਾਮੀ ਦੀ ਗੱਲ ਆ, ਉਹਨੂੰ ਇਹ ਕਿਤੇ ਨਾ ਕਿਤੇ
ਉਹਦੇ ਨਾਲ ਉਹ ਆਪਣੇ ਆਪ ਨੂੰ ਰਿਲੇਟ ਕਰ ਪਾ ਰਿਹਾ, ਕਿਉਂਕਿ ਸ਼ਾਇਦ ਜਿਹੜੀਆਂ ਮੇਨ ਪੋਲੀਟੀਕਲ ਧਿਰਾਂ ਵਾਂ ਉਹ ਸਿਰਫ ਤੇ ਸਿਰਫ ਇਹ ਫ੍ਰੀ ਬੀਜ਼ ਦੀ ਰਾਜਨੀਤੀ ਵਿੱਚ ਉਹਨਾਂ ਨੂੰ ਉਲਝਾ ਕੇ ਰੱਖਣਾ ਚਾਹੁੰਦੀਆਂ। ਇਹਦੇ ਵਿੱਚ ਬੜੇ ਫੈਕਟਰ ਆ ਜਿਹੜੇ ਆਪਣੇ ਲੋਕਾਂ ਦੇ ਸਾਹਮਣੇ ਆਉਂਦੇ ਆ, ਲੇਕਿਨ ਮੁੱਖ ਫੈਕਟਰ ਮੈਂ ਫਿਰ ਤੁਹਾਨੂੰ ਇਹ ਕਹਿ ਰਿਹਾ ਵੀ ਜਿਹੜਾ ਨੌਜਵਾਨਾਂ ਤੋਂ ਜਿਹੜਾ ਡਾਇਲੌਗ ਕਨਵਰਸੇਸ਼ਨ ਔਰ ਉਹਨਾਂ ਦੀ ਜਿਹੜੀ ਇੱਕ ਇੱਜ਼ਤ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਹੌਲੀ 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 ਜਦੋਂ ਉਹਨੂੰ ਨਹੀਂ ਇੱਥੋਂ ਉਮੀਦ ਹੁੰਦੀ ਉਹ ਫਿਰ ਨਵੀਂ ਧਿਰ ਲੱਭ ਲੈਂਦਾ। ਔਰ ਇਹ ਕੁਝ ਨੌਜਵਾਨ ਜਿਹੜੇ ਗੈਂਗਸਟਰ ਵਾਲੇ ਪਾਸੇ ਵੀ ਗਏ, ਤੁਸੀਂ ਸੋਚੋ ਕਿਵੇਂ ਚਲੇ ਗਏ। ਕਿਹੜਾ ਮਾਂ ਦਾ ਜੰਮਿਆ ਢਿੱਡ ਚੋਂ ਜੰਮਿਆ ਮੁੰਡਾ ਗੈਂਗਸਟਰ ਬਣਨਾ ਚਾਹੁੰਦਾ? ਕਿੰਨੇ ਸੋਚਿਆ ਵੀ ਮੈਨੂੰ ਆਹ ਰਾਹ ਵਧੀਆ, ਉੱਥੇ ਪਤਾ ਗੋਲੀ ਮਿਲਣੀ, ਉੱਥੇ ਪਤਾ ਥੋੜੀ ਦੇਰ ਦਾ ਫੇਮ ਮਿਲਣਾ, ਲੇਕਿਨ ਉਹ ਇਸ ਧਿਰ ਤੱਕ ਉੱਥੋਂ ਮੋਟੀਵੇਟ ਹੋ ਜਾਂਦਾ। ਉਹ ਕਹਿੰਦਾ ਯਾਰ ਮੇਰਾ ਇੱਥੇ ਜ਼ਿੰਦਗੀ 'ਚ ਕੱਖ ਨਹੀਂ ਬਣਦਾ ਪਿਆ, ਆਹੀ ਰਾਹ ਸਹੀ। ਉਵੇਂ ਹੀ ਜਿਹੜੇ ਨੌਜਵਾਨ ਅੱਜ ਇਸ ਸੋਚ ਤੇ ਚੱਲੇ ਆ ਵੀ ਅਸੀਂ ਆਜ਼ਾਦੀ ਦੀ ਪਤਾ ਨਹੀਂ ਕਿਹੜੀ ਲੜਾਈ ਲੜਨੀ ਆ, ਅਸੀਂ ਪਤਾ ਨਹੀਂ ਕਿਹੜੇ ਸਮਰਪਿਤ, ਲੇਕਿਨ ਫਿਰ ਮੈਂ ਤੁਹਾਨੂੰ ਇਹ ਕਹਿੰਦਾ ਇਹਦੇ ਅੰਦਰ ਉਹਨਾਂ ਦਾ ਕਸੂਰ ਕੱਢਣ ਦੀ ਬਜਾਏ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਕਿ ਐਜ਼ ਅ ਪੋਲੀਟੀਕਲ ਕਲਾਸ ਜਿਹੜੀ ਸਾਡੀ ਕਾਂਗਰਸ ਰਵਾਇਤੀ ਪਾਰਟੀਆਂ ਵਾਂ, ਭਾਵੇਂ ਉਹ ਬੀਜੇਪੀ ਆ, ਅਕਾਲੀ ਦਲ ਆ, ਕੀ ਅਸੀਂ ਇਹਨਾਂ ਨੌਜਵਾਨਾਂ ਨੂੰ ਆਲਟਰਨੇਟ ਦੇ ਪਾਏ ਕਦੀ? ਅਸੀਂ ਇਹਨਾਂ ਨੂੰ ਆਕਰਸ਼ਿਤ ਕਰ ਪਾਏ, ਜਾਂ ਅਸੀਂ ਇਹਨਾਂ ਨੂੰ ਸਿਰਫ ਰੈਲੀਆਂ 'ਚ ਬੁਲਾਉਣ ਵਾਸਤੇ, ਧਰਨੇ ਮਾਰਨ ਵਾਸਤੇ, ਇਹਨਾਂ ਨੂੰ ਕੁਝ ਬੰਦਿਆਂ ਨੂੰ ਮਤਲਬ ਮਾੜੀ ਮੋਟੀ ਪੋਸਟਾਂ ਦੇਣ ਵਾਸਤੇ? ਆਪਾਂ ਯੂਥ ਇੰਪਾਵਰਮੈਂਟ ਕਦੋਂ ਕੀਤੀ ਆ? ਆਪਾਂ ਯੂਥ ਨੂੰ ਬਰਾਬਰ ਦੇ ਮੌਕੇ ਕਦੋਂ ਦਿੱਤੇ ਆ? ਕਿਉਂ ਨੌਜਵਾਨ ਪੰਜਾਬ 'ਚੋਂ ਛੱਡ ਕੇ ਬਾਹਰ ਜਾ ਰਿਹਾ? ਪਹਿਲਾਂ ਨਸ਼ਿਆਂ ਵੱਲ ਗਿਆ, ਫਿਰ ਬਾਹਰ ਗਿਆ, ਹੁਣ ਆ ਜਿਹੜੀਆਂ ਨਵੀਆਂ ਧਿਰਾਂ ਜਿਹੜਾ ਇੱਥੇ ਰਹਿ ਗਿਆ ਉਹ ਇਹਨਾਂ ਵੱਲ ਆਕਰਸ਼ਿਤ ਹੋ ਰਿਹਾ। ਇਹਦਾ ਕਿਤੇ ਨਾ ਕਿਤੇ ਸਾਰਾ ਕਸੂਰ ਸਾਡੀ ਪੋਲੀਟੀਕਲ ਐਸਟੈਬਲਿਸ਼ਮੈਂਟ, ਸਾਡੀ ਮੌਜੂਦਾ ਸਰਕਾਰਾਂ, ਸਾਡਾ ਮੌਜੂਦਾ ਸੈਟਅਪ, ਮੌਜੂਦਾ ਸਿਸਟਮ ਆਪਣੇ ਆਪ ਨੂੰ ਇਸ ਸੰਦਰਭ 'ਚੋਂ ਬਾਹਰ ਨਹੀਂ ਕੱਢ ਸਕਦਾ। ਇਹਨਾਂ ਨੇ ਤਾਂ ਫਿਰ ਉਭਰਨਾ ਹੀ ਉਭਰਨਾ ਸੀ, ਇਹਨਾਂ ਨੂੰ ਤਾਂ ਮੌਕਾ ਚਾਹੀਦਾ ਸੀ। ਇਹਨਾਂ ਨੂੰ ਤਾਂ ਫਿਰ ਇਹਨਾਂ ਨੂੰ ਪਤਾ ਸੀ ਵੀ એનર્ਜੀ ਹੈਗੀ ਆ, ਨੌਜਵਾਨ ਹਤਾਸ਼ ਆ, ਨੌਜਵਾਨ ਨਿਰਾਸ਼ ਆ, ਜਾ ਕੇ ਇਹਨਾਂ ਨੂੰ ਚੱਕ ਲਓ। ਅਫਸੋਸ ਦੀ ਗੱਲ ਆ, ਅੰਮ੍ਰਿਤ ਛਕਾਉਣਾ ਬਹੁਤ ਚੰਗੀ ਗੱਲ ਆ, ਨਸ਼ਾ ਛਡਾਉਣਾ ਬਹੁਤ ਚੰਗੀ ਗੱਲ ਆ, ਲੇਕਿਨ ਉਹਦੇ ਸੰਦਰਭ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਲੜਾਈ ਖੜੀ ਕਰ ਦਿੱਤੀ ਗਈ ਉਹ ਖਤਰਨਾਕ ਗੱਲ ਆ। ਪਰ ਇਹਦੇ 'ਚ ਫਿਰ ਲੱਗਦਾ ਵੀ ਆਖਰਕਾਰ ਇਹ ਜਿਵੇਂ ਤੁਸੀਂ ਕਿਹਾ ਵੀ ਬਾਕੀ ਚੀਜ਼ਾਂ ਨੂੰ ਠੀਕ ਹੈ, ਉਹਨਾਂ ਨੂੰ ਇੱਕ ਆਪਸ਼ਨ ਦੇਗੀ ਅੰਮ੍ਰਿਤਪਾਲ ਜਾਂ ਇਸ ਤਰ੍ਹਾਂ ਦੀ, ਜਿਵੇਂ ਤੁਸੀਂ ਕਿਹਾ ਵੀ ਇੱਕ ਲੜਾਈ ਖੜੀ ਕਰ ਦਿੱਤੀ ਗਈ, ਪਰ ਨਾਲ ਜੇ ਦੇਖਿਆ ਜਾਵੇ ਤਾਂ ਇਹਦੇ 'ਚ ਇਹ ਵੀ ਹੈ ਨਾ ਵੀ ਸਿਰਫ ਜੇ ਸਾਰੀ ਚੀਜ਼ਾਂ ਆਪਾਂ ਇਹ ਗੱਲ ਨੂੰ ਕਹਿ ਦਈਏ ਵੀ ਸਾਰਿਆਂ ਨੂੰ ਦੋਸ਼ੀ ਠਹਿਰਾ ਦਈਏ ਤਾਂ ਇੱਕ ਬੰਦਾ ਜਿਹੜਾ ਲਗਾਤਾਰ ਉਹਨਾਂ ਨੂੰ ਕਨਵਿੰਸ ਕਰ ਰਿਹਾ ਇਸ ਚੀਜ਼ ਕਰਨੀਓ ਵੀ ਹਾਂ ਜੀ ਤੁਹਾਨੂੰ ਆਜ਼ਾਦੀ ਦਿਵਾ ਦੇਣੀ ਹੈ, ਤੁਹਾਨੂੰ ਇਹ ਕਰ ਦੇਣਾ, ਲੱਗਦਾ ਨਹੀਂ ਕਿ ਆਖਰਕਾਰ ਸੋਚ ਸਮਝ ਤਾਂ ਸਾਨੂੰ ਆਪਦੀ ਨੌਜਵਾਨੀ ਨੂੰ ਵੀ ਰੱਖਣੀ ਪਊਗੀ। ਜਿਵੇਂ ਹੁਣ ਮੌਜੂਦਾ ਹਾਲਾਤ ਹੈ, ਪੁਲਿਸ ਨੂੰ ਇੰਟਰਨੈਟ ਬੰਦ ਕਰਨਾ ਪਿਆ, ਚਲੋ ਸਰਕਾਰਾਂ ਅੱਗੇ ਵੀ ਕਰਦੀਆਂ ਰਹਿੰਦੀਆਂ ਨੇ, ਇਸ ਤਰ੍ਹਾਂ ਦੇ ਸਟੈਪ ਲੈਂਦੀਆਂ ਨੇ, ਪਰ ਸਰਕਾਰਾਂ ਇਹ ਗੱਲ ਵੀ ਸਮਝਦੀਆਂ ਨੇ ਵੀ ਭਾਈ ਇਹਨਾਂ ਨੇ ਮੰਨਣਾ ਹੈ ਨਹੀਂ, ਇਸ ਕਰਕੇ ਸਾਨੂੰ ਸਟੈਪ ਹੀ ਚੱਕ ਲੈਣਾ ਚਾਹੀਦਾ। ਇੰਟਰਨੈਟ ਬੰਦ ਕਰਕੇ ਚਲੋ ਹੀਲਾ ਉਹਨਾਂ ਨੇ ਸਮਝਿਆ, ਪਰ ਲੱਗਦਾ ਵੀ ਆਪ ਦੀ ਸੋਚ ਸਮਝ ਖਤਮ ਹੋ ਗਈ ਆ। ਦੇਖੋ, ਸੋਚ ਸਮਝ ਤਾਂ ਉਸ ਦਿਨ ਹੀ ਖਤਮ ਹੋ ਜਾਂਦੀ ਆ ਜਦੋਂ ਅਸੀਂ ਅਕਾਲੀ ਦਲ, ਕਾਂਗਰਸ, ਆਮ ਆਦਮੀ ਕੀ ਕਰਦੇ ਸਾਰਾ ਟਾਈਮ ਪਬਲਿਕ ਡਿਸਕੋਰਸ 'ਚ? ਅਕਾਲੀ ਦਲ ਕਾਂਗਰਸ ਨੂੰ ਨਿੰਦਦਾ ਰਿਹਾ, ਕਾਂਗਰਸ ਅਕਾਲੀ ਦਲ ਨੂੰ ਨਿੰਦਦੀ ਰਹੀ, ਆਮ ਆਦਮੀ ਦੋਵਾਂ ਨੂੰ ਨਿੰਦਦੇ ਰਹੇ। ਉਹ ਆਪਣੀ ਪਰਸਨਲ ਲੜਾਈਆਂ ਬਣਾ ਲੈਂਦੇ ਆ। ਆਮ ਆਦਮੀ ਪਾਰਟੀ ਕੀ ਕਰ ਰਹੀ ਆ? ਨੌਜਵਾਨਾਂ ਨੂੰ ਐਡਰੈਸ ਕਰਨ ਦੀ ਬਜਾਏ ਕਹਿ ਰਹੀ ਆ ਵੀ ਅਗਰ ਅਸੀਂ ਇਹ ਫੜ ਕੇ ਸਾਰੇ ਅੰਦਰ ਦੇਤੇ ਤੁਹਾਡੀ ਸਾਰੀ ਮੁਸ਼ਕਲਾਂ ਦਾ ਹੱਲ ਹੋ ਜਾਊਗਾ। ਔਰ ਆਪ ਉਹੀ ਰਵਾਇਤ ਦੇ ਵਿੱਚ ਆਪਣੇ ਆਪ ਨੂੰ ਉਵੇਂ ਲੀਡਰਸ਼ਿਪ ਐਸਟੈਬਲਿਸ਼ ਕਰ ਰਹੇ ਆ। ਕਰਪਸ਼ਨ ਇਹਨਾਂ ਦੇ ਬੰਦੇ ਕਰ ਰਹੇ ਆ, ਇਹਨਾਂ ਦੇ ਬੰਦੇ ਕਰਪਸ਼ਨ ਨਹੀਂ ਕਰ ਰਹੇ, ਲੇਕਿਨ ਨਿੰਦ ਰਹੇ ਆ ਦੂਜੀ ਪਾਰਟੀ। ਨਿੰਦਣ ਦੀ ਰਾਜਨੀਤੀ ਰਹਿ ਗਈ, ਪੋਜ਼ਿਟਿਵ ਰਾਜਨੀਤੀ ਖਤਮ ਹੋਈ। ਜਿਨ੍ਹਾਂ ਨੇ ਨੌਜਵਾਨ ਨਾਲ ਡਾਇਲੌਗ ਕਰਨਾ ਸੀ, ਜਿਨ੍ਹਾਂ ਨੇ ਨੌਜਵਾਨ ਨਾਲ ਗੱਲਬਾਤ ਕਰਨੀ ਸੀ, ਸਿਰਫ ਇੱਕ ਨਿੰਦਣ ਦੀ ਰਾਜਨੀਤੀ ਰਹੀ। ਭਗਵੰਤ ਮਾਨ ਸਾਰਾ ਦਿਨ ਕੀ ਕਰਦੇ ਰਹਿੰਦੇ ਆ? 70 ਸਾਲਾਂ ਨੂੰ ਨਿੰਦਦੇ ਰਹਿੰਦੇ ਆ। ਬੀਜੇਪੀ ਨੇ ਕੀ ਕੀਤਾ? 70 ਸਾਲਾਂ ਨੂੰ ਨਿੰਦਿਆ। ਕਾਂਗਰਸ ਕੀ ਕਰਦੀ ਸੀਗੀ ਜਦੋਂ ਅਸੀਂ ਆਏ ਸੀਗੇ? ਅਸੀਂ ਅਕਾਲੀ ਦਲ ਨੂੰ ਹੀ ਆਪਣਾ ਕੀ ਕਹਿੰਦੇ ਸਜ਼ਾ ਦਿਵਾਉਣ ਦੇ ਵਿੱਚ, ਅਕਾਲੀ ਦਲ ਨੂੰ ਮਤਲਬ ਦੋਸ਼ੀ ਦੇਣ ਦੇ ਵਿੱਚ ਅਸੀਂ ਨਾਕਾਮਯਾਬ ਰਹੇ, ਕਿਉਂਕਿ ਸਾਡਾ ਏਜੰਡਾ ਹੀ ਉਹ ਸੀ। ਇਹਦੇ ਵਿੱਚ ਕਿਤੇ ਨਾ ਕਿਤੇ ਨੌਜਵਾਨ ਤਾਂ ਪਿੱਛੇ ਰਹਿ ਜਾਂਦਾ ਨਾ। ਇਹ ਸਾਰੀ ਗੱਲ ਵਿੱਚ ਗੱਲ ਹੀ ਨਹੀਂ ਕਰੀ। ਉਹਦੀ ਨੌਜਵਾਨ ਦੀ ਲੋੜ ਕੀ ਆ? ਨੌਜਵਾਨ ਦੀ ਇਕੱਲੀ ਨੌਕਰੀ ਲੋੜ ਨਹੀਂ ਆ। ਨੌਜਵਾਨ ਨੂੰ ਇਹ ਲੱਗਦਾ ਵੀ ਮੇਰੀ ਜਿਹੜੀ ਐਜੂਕੇਸ਼ਨ ਮੈਂ ਦਿੱਤੀ, ਅੱਜ ਡਿਗਰੀ ਤੱਕ ਐਜੂਕੇਸ਼ਨ ਸੀਮਤ ਹੋ ਕੇ ਰਹਿ ਗਈ ਆ। ਔਰ ਇਹ ਇਕੱਲੇ ਪੋਲੀਟੀਕਲ ਕਲਾਸ ਨਹੀਂ ਆ। ਜਿਹੜੇ ਬੰਦੇ, ਮੈਂ ਇਹ ਕਹੂੰਗਾ ਵੀ ਜਿਹੜੇ ਬੰਦਿਆਂ ਨੂੰ ਨਾਮ ਲਿੱਤਾ, ਜਿਹਨੇ ਪਿੰਡਾਂ 'ਚ ਉੱਠੇ, ਬੜੇ ਲੋਕਾਂ ਦਾ ਨਾਮ ਬਣਿਆ ਪੰਜਾਬ 'ਚੋਂ, ਬੜੇ ਲੋਕ ਬੜੀਆਂ ਉੱਪਰਲੀਆਂ ਪੋਜੀਸ਼ਨਾਂ ਤੇ ਪਹੁੰਚੇ, ਉਹ ਵੀ ਆਪਣੇ ਪਿੰਡਾਂ ਨੂੰ ਛੱਡ ਕੇ ਆ ਕੇ ਚੰਡੀਗੜ੍ਹ 'ਚ ਹੀ ਰਹਿਣਾ ਸ਼ੁਰੂ ਕਰਤਾ ਉਹਨਾਂ ਨੇ। ਔਰ ਪਿੰਡਾਂ ਦੇ ਵਿੱਚ ਜਿਹੜਾ ਇੱਕ ਨਾਮਵਰ ਬੰਦਾ ਹੁੰਦਾ ਸੀ, ਜਿਹਦੇ ਮਗਰ ਜਦੋਂ ਪਿੰਡ ਵਿੱਚ ਕਦੀ ਗੱਲ ਹੁੰਦੀ ਸੀ ਤੇ ਨੌਜਵਾਨ ਉੱਥੇ ਜਾ ਕੇ ਪਿੰਡ 'ਚ ਜਿਹੜਾ ਬੰਦਾ ਕਿਤੇ ਤਰੱਕੀ ਕਰਦਾ ਸੀ, ਭਾਵੇਂ ਉਹ ਖਿਡਾਰੀ ਸੀ, ਭਾਵੇਂ ਉਹ ਅਫਸਰ ਸੀ, ਭਾਵੇਂ ਉਹ ਕਿਤੇ ਬਿਜ਼ਨਸ ਸੀ, ਜਿਨ੍ਹਾਂ ਨੇ ਨਾਮ ਕਮਾਇਆ ਦੇਸ਼ ਵਿੱਚ, ਪਿੰਡਾਂ ਵਾਲਾ ਨੌਜਵਾਨ ਉਹਨੂੰ ਜਾ ਕੇ ਉੱਥੋਂ ਆਕਰਸ਼ਿਤ ਹੋ ਕੇ ਉਸ ਚੀਜ਼ ਦਾ ਰਾਹ ਫੋਲੋ ਕਰਦਾ ਸੀ। ਲੇਕਿਨ ਅਫਸੋਸ ਦੀ ਗੱਲ, ਜਿਵੇਂ ਪਿੰਡ 'ਚੋਂ ਤਰੱਕੀ ਹੁੰਦੀ ਆ, ਉਵੇਂ ਨੌਜਵਾਨ ਫਿਰ ਜਿਹੜਾ ਉਹ ਬੰਦਾ ਹੁੰਦਾ ਉਹ ਸ਼ਹਿਰ 'ਚ ਰਹਿਣ ਲੱਗ ਪੈਂਦਾ ਜਾਂ ਕਿਸੇ ਹੋਰ ਸੂਬੇ 'ਚ ਜਾ ਕੇ ਰਹਿ ਜਾਂਦਾ। ਅਗਰ ਇੱਕ ਇਕਲੌਤਾ ਬੰਦਾ ਅਗਰ ਕੋਈ ਤਰੱਕੀ ਤੋਂ ਬਾਅਦ ਵਾਪਸ ਆਇਆ, ਉਹ ਸਿੱਧੂ ਮੂਸੇਵਾਲਾ ਹੀ ਆਇਆ।
ਉਹ ਸ਼ਾਇਦ ਉੱਠ ਕੇ ਵਾਪਸ ਉੱਥੋਂ ਤਰੱਕੀ ਤੋਂ ਬਾਅਦ ਉਹ ਵਾਪਸ ਪਿੰਡ 'ਚ ਆ ਕੇ ਰਹਿਣ ਲੱਗਾ, ਔਰ ਇਸ ਕਰਕੇ ਨੌਜਵਾਨਾਂ 'ਚ ਉਹਦੀ ਇੱਕ ਆਸ ਉਮੀਦ ਬਣੀ। ਲੀਡਰ ਜਿੱਦਣ ਇਲੈਕਸ਼ਨ ਜਿੱਤਦਾ ਉਸ ਤੋਂ ਬਾਅਦ ਆ ਕੇ ਚੰਡੀਗੜ੍ਹ ਰਹਿ ਜਾਂਦਾ, ਔਰ ਚੰਡੀਗੜ੍ਹੋਂ ਵਾਪਸ ਜਾਣ ਦਾ ਜਦ ਤੱਕ ਆਪਾਂ ਸਰਵ ਨਹੀਂ ਕਰਾਂਗੇ, ਜਦ ਤੱਕ ਚੰਡੀਗੜ੍ਹ ਤੋਂ ਭਾਵੇਂ ਉਹ ਲੀਡਰ ਆ, ਭਾਵੇਂ ਉਹ ਸਪੋਰਟਸਮੈਨ ਆ, ਭਾਵੇਂ ਉਹ ਬਿਜ਼ਨਸਮੈਨ ਆ, ਭਾਵੇਂ ਉਹ ਕੋਈ ਅਫਸਰ ਆ, ਤੁਸੀਂ ਦੇਖੋ ਜਿਹੜੇ ਟੌਪ ਮੋਸਟ ਪੋਜੀਸ਼ਨਾਂ ਤੋਂ ਹਿੰਦੁਸਤਾਨ ਸਰਕਾਰ 'ਚੋਂ ਰਿਟਾਇਰ ਹੋਏ, ਜਿਹੜੇ ਜੱਜ ਪੰਜਾਬੀ ਜਿਹੜੇ ਰਿਟਾਇਰ ਹੁੰਦੇ ਆ, ਉਹ ਕਦੀ ਕੋਈ ਉੱਠ ਕੇ ਪਿੰਡ ਵੱਲ ਵਾਪਸ ਗਿਆ? ਸਭ ਦੇ ਪਿੰਡ ਆ, ਸਾਰੇ ਪਿੰਡਾਂ 'ਚੋਂ ਹੀ ਉੱਠ ਕੇ ਆਏ ਨਾ। ਮੈਂ ਆਪਣੇ ਖੁਦ ਦੀ ਗੱਲ ਕਰਾਂ, ਮੇਰੇ ਤਾਂ ਫਾਦਰ ਸਾਹਿਬ ਪੁਰਾਣੇ ਸਮੇਂ ਦੇ ਵਿੱਚ ਚੰਡੀਗੜ੍ਹ ਆ ਕੇ ਬਹਿ ਗਏ। ਅੱਜ ਮੈਨੂੰ ਚੰਡੀਗੜ੍ਹ ਦੇ ਵਿੱਚ ਮੇਰੀ ਐਜੂਕੇਸ਼ਨ ਹੋਈ, ਮੈਂ ਪੜ੍ਹਿਆ ਲਿਖਿਆ, ਲੇਕਿਨ ਜਦ ਤੱਕ ਮੈਂ ਇੱਥੋਂ ਪਿੰਡ ਵੱਲ ਨੂੰ ਵਾਪਸ ਨਹੀਂ ਜਾਊਂਗਾ ਜਾਂ ਆਪਣੇ ਇਲਾਕੇ ਵੱਲ ਨੂੰ ਵਾਪਸ ਨਹੀਂ ਜਾਊਂਗਾ, ਉਦੋਂ ਤੱਕ ਉਹ ਚੀਜ਼, ਹਾਲੇ ਮੈਂ ਬਹੁਤ ਛੋਟਾ, ਮੈਂ ਆਪਣੇ ਆਪ ਨੂੰ ਇਸ ਕਰਕੇ ਇਸ ਕੈਟਾਗਰੀ 'ਚ ਖੜਾ ਕੀਤਾ। ਮੈਂ ਤਾਂ ਬਹੁਤ ਛੋਟਾ, ਮੈਂ ਤਾਂ ਕੁਝ ਵੀ ਨਹੀਂ ਬਣਿਆ, ਮੇਰਾ ਤਾਂ ਕੁਛ ਹਾਲੇ ਕੋਈ ਆਧਾਰ ਨਹੀਂ ਹੈਗਾ, ਲੇਕਿਨ ਬੜੇ ਲੋਕਾਂ ਦਾ ਚੰਡੀਗੜ੍ਹ 'ਚ ਆਧਾਰ ਆ, ਜਿਨ੍ਹਾਂ ਤੋਂ ਨੌਜਵਾਨ ਸ਼ਾਇਦ ਉਸ ਡਾਇਲੌਗ ਦੇ ਵਿੱਚ ਆਕਰਸ਼ਿਤ ਹੋ ਜਾਂਦਾ, ਔਰ ਉਸ ਡਾਇਲੌਗ ਕਰਦੇ ਕਰਦਾ ਉਹ ਇਹ ਜ਼ਿੰਦਗੀਆਂ, ਭਾਵੇਂ ਅਫਸਰ ਦੀ ਜ਼ਿੰਦਗੀ ਸੀ, ਭਾਵੇਂ ਬਿਜ਼ਨਸਮੈਨ ਦੀ ਜ਼ਿੰਦਗੀ ਸੀ, ਉਧਰ ਨੂੰ ਕਿਤੇ ਨਾ ਕਿਤੇ ਅਟਰੈਕਟ ਹੋ ਕੇ ਉਸ ਪਾਸੇ ਨੂੰ ਚੱਲਦਾ। ਲੇਕਿਨ ਹੋਇਆ ਕਿ ਉੱਥੇ ਪਿੰਡਾਂ ਵਾਲਾ ਜਿਹੜਾ ਨੌਜਵਾਨ ਸੀ, ਸ਼ਹਿਰਾਂ ਦੇ ਵਿੱਚ ਤਾਂ ਇਹ ਆਪਾਂ ਨੂੰ ਪਤਾ ਮਸਲਾ ਨਹੀਂ ਹੈਗਾ, ਸ਼ਹਿਰਾਂ ਵਿੱਚ ਤਾਂ ਇਹ ਮੁਸ਼ਕਿਲ ਨਹੀਂ ਹੁੰਦੀ, ਇਹ ਪਿੰਡਾਂ ਵਾਲੇ ਜਿਹੜਾ ਨੌਜਵਾਨ ਸੀ, ਉੱਥੇ ਡਾਇਲੌਗ ਦੀ ਕਮੀ, ਉੱਥੇ ਇੱਕ ਮੋਟੀਵੇਸ਼ਨ ਦੀ ਕਮੀ, ਇੱਕ એનર્ਜੀ ਬਹੁਤ ਹੈਗੀ ਆ, ਲੇਕਿਨ ਮੋਟੀਵੇਸ਼ਨ ਕਿਹਨਾਂ ਨੇ ਦਿੱਤੀ? ਉਹ ਫਿਰ ਇਹੋ ਜਿਹੀ ਧਿਰਾਂ ਨੇ ਆ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਆਪਣੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ। ਜਦ ਤੱਕ ਆਪਾਂ ਉਹ ਨੌਜਵਾਨ, ਪਿੰਡ ਵਾਲੇ ਨੌਜਵਾਨ ਨੂੰ ਆਪਾਂ ਨਹੀਂ ਉਹਦੇ ਨਾਲ ਕਨਵਰਸੇਸ਼ਨ ਜਾਂ ਡਾਇਲੌਗ ਕਰਾਂਗੇ, ਉਦੋਂ ਤੱਕ ਇਹੋ ਜਿਹੀ ਧਿਰਾਂ ਦੇ ਹਮੇਸ਼ਾ ਜਗ੍ਹਾ ਬਣੂਗੀ, ਸਪੇਸ ਬਣੂਗੀ। ਇਹ ਜਗ੍ਹਾ ਅਸੀਂ ਲੋਕਾਂ ਨੇ ਛੱਡੀ ਤਾਂ ਆ ਕੇ ਇਹੋ ਜਿਹੇ ਆਲਟਰਨੇਟ ਉੱਥੇ ਖੜੇ ਹੋਣ ਲੱਗ ਪਏ। ਜਿਸ ਦਿਨ ਅਸੀਂ ਪੋਲੀਟੀਕਲ ਪਾਰਟੀਆਂ ਹੋਣ, ਜਿਹੜੇ ਨਾਮਵਰ ਲੋਕ ਹੋਣ, ਪਰਸਨੈਲਿਟੀਆਂ ਹੋਣ, ਜਿਸ ਦਿਨ ਉਹ ਪਿੰਡਾਂ 'ਚ ਜਾ ਕੇ ਇਹ ਡਾਇਲੌਗ ਸ਼ੁਰੂ ਕਰ ਲੈਣਗੇ, ਮੈਨੂੰ ਨਹੀਂ ਲੱਗਦਾ ਨੌਜਵਾਨ ਕਦੀ ਇਸ ਰਾਹ ਦੇ ਉੱਤੇ ਚੱਲੂਗਾ। ਜਦੋਂ ਅਸੀਂ ਡਾਇਲੌਗ ਛੱਡ ਦਾਂਗੇ, ਫਿਰ ਉਹਦੀ એનર્ਜੀ ਕਿਸੇ ਨਾ ਕਿਸੇ ਪਾਸੇ ਨੂੰ ਤਾਂ ਜਾਣੀ ਜਾਣੀ। ਬਿਲਕੁਲ, ਕਿਉਂਕਿ ਆਮ ਤੌਰ ਤੇ ਹੋਇਆ ਹੀ ਕਿ ਹੁਣ ਤੱਕ ਸਿਆਸੀ ਧਿਰਾਂ ਨੇ ਇੱਕ ਦੂਜੇ ਨੂੰ ਭੰਡਿਆ, ਉਦੋਂ ਬਾਅਦ ਦੇ ਵਿੱਚ ਵਾਹਵਾਈ ਜ਼ਰੂਰ ਖੱਟੀ ਤੇ ਸੱਤਾਵਾਂ ਵੀ ਮਿਲੀਆਂ, ਪਰ ਉਦੋਂ ਬਾਅਦ ਹੋਇਆ ਇਹ ਕਿ ਆਖਰ ਜਿਹੜਾ ਇਹ ਵਰਿੰਦਰ ਢਿੱਲੋਂ ਗੱਲ ਕਹਿਣਾ ਚਾਹੁੰਦੇ ਨੇ ਕਿ ਆਖਰਕਾਰ ਜਿਹੜਾ ਨੌਜਵਾਨ ਪਿੰਡੂ ਖੇਤਰ ਦਾ ਹੈਗਾ, ਜਾਂ ਕਹੀਏ ਕਿ ਸਾਡਾ ਪੰਜਾਬ ਦਾ ਆਮ ਤੌਰ ਤੇ ਮੈਕਸਿਮਮ ਖੇਤਰ ਪਿੰਡੂ ਖੇਤਰ ਹੈਗਾ, ਤਾਂ ਉਹਦੇ ਵਿੱਚੋਂ ਆਖਰ ਉਹਨਾਂ ਨੂੰ ਰਾਹ ਹੀ ਨਹੀਂ ਮਿਲਿਆ ਕਿਸੇ ਨਾਲ ਗੱਲਬਾਤ ਚਰਚਾ ਦੇ ਵਿੱਚ, ਆਖਰ ਉਹਨਾਂ ਨੂੰ ਕਿਸੇ ਨੇ ਦਿਸ਼ਾ ਹੀ ਨਹੀਂ ਦਿਖਾਈ। ਤੇ ਨਾਲ ਇਹ ਵੀ ਆ ਕਿ ਕੀਤਾ ਵੀ ਸਿਆਸੀ ਧਿਰਾਂ ਨੇ ਕੁਛ ਨਹੀਂ, ਕਿ ਜਿਹਦੇ ਕਰਕੇ ਉਹਨਾਂ ਨੂੰ ਫਿਰ ਇਹ ਲੱਗਦਾ ਕਿ ਜਦੋਂ ਕੋਈ ਅੰਮ੍ਰਿਤਪਾਲ ਸਿੰਘ ਵਰਗਾ ਕੋਈ ਆਉਂਦਾ ਤੇ ਆਖਰਕਾਰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਇਹੀ ਸਿੱਧੇ ਰਾਹ ਲੈ ਜਾਊਗਾ। ਪਰ ਦੂਜੇ ਪਾਸੇ ਇਹ ਹੈ ਵੀ ਨੌਜਵਾਨੀ ਨੂੰ ਖੈਰ ਸਮਝਣਾ ਤਾਂ ਹੋਊਗਾ ਖੁਦ ਦੇ ਤੌਰ ਤੇ, ਕਿਉਂਕਿ ਜਦੋਂ ਫਿਰ ਗਲਤ ਰਸਤੇ ਤੇ ਚੱਲ ਕੇ ਆਖਰ ਉਹਦੇ ਅੰਜਾਮ ਜਿਹੜੇ ਹੁਣ ਹੋ ਰਹੇ ਨੇ, ਜਿਸ ਤਰ੍ਹਾਂ ਦੇ ਨਾਲ ਦਿਖਦੇ ਨੇ, ਤਾਂ ਭੁਗਤਣਾ ਫਿਰ ਪਰਿਵਾਰਾਂ ਨੂੰ ਵੀ ਪੈਂਦਾ ਤੇ ਆਖਰਕਾਰ ਉਹਨਾਂ ਨੂੰ ਵੀ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।